ਦੇ ਜੀ ਦੇ ਵਿੱਚ ਭਾਈ ਲਹਿਣੇ ਜੀ ਦੇ ਹਿਰਦੇ ਦੇ ਵਿੱਚ ਟਿਕਾ ਦਿੱਤੀ ਗੁਰੂ ਕੀ ਮੱਤ, ਗੁਰੂ ਕਾ ਨਾਮ। ਗੁਰ ਚੇਲੇ ਰਹਿ ਰਾਸ ਕੇ, ਨਾਨਕ ਸਲਾਮਤ ਥੀ ਵਦੈ। ਗੁਰੂ ਤੇ ਚੇਲੇ ਨੇ ਰਹਿ ਰਾਸ ਕੀਤੀ। ਰਹਿ ਰਾਸ ਦਾ ਇੱਥੇ ਮਤਲਬ ਹੈ ਨਮਸਕਾਰ ਕਰਨੀ। ਗੁਰੂ ਨੇ ਆਪਣੇ ਚੇਲੇ ਨੂੰ ਰਹਿ ਰਾਸ ਕੀਤੀ, ਨਮਸਕਾਰ ਕੀਤੀ। ਨਾਨਕ ਸਲਾਮਤ ਥੀਮਦਾ ਹੈ। ਸਰੀਰਕ ਤੌਰ ਤੇ ਸਲਾਮਤ ਹੁੰਦਿਆਂ ਹੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਖਤ ਤੇ ਬਿਠਾ ਕੇ ਭਾਈ ਲਹਿਣੇ ਨੂੰ ਨਮਸਕਾਰ ਕੀਤੀ ਹੈ। ਸਹਿ ਟਿਕਾ ਦਿੱਤੋਸ ਜੀਵ ਦੇ। ਤੇ ਸਹਿ ਨੇ ਸੱਚੇ ਪਾਤਸ਼ਾਹ ਨੇ, ਗੁਰੂ ਨਾਨਕ ਸਾਹਿਬ ਨੇ ਇਹ ਗੁਰਿਆਈ ਦਾ ਜਿਹੜਾ ਟਿੱਕਾ ਸੀ, ਛਤਰ ਸੀ, ਉਹ ਦਿੱਤਾ। ਜੀਵਦਾ ਸਰੀਰਕ ਤੌਰ ਤੇ ਸਲਾਮਤੀ ਹੁੰਦਿਆਂ ਸਰੀਰ ਬਦਲਿਆ ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਦਿੱਤਾ ਹੈ। ਲਹਿਣੇ ਦੀ ਫੇਰ ਆਈ ਐ, ਨਾਨਕਾ ਦੋਹੀ ਖੱਟੀ ਐ। ਤੇ ਇੱਥੋਂ ਤੱਕ ਗੁਰੂ ਨਾਨਕ ਸਾਹਿਬ ਜੀ ਦੀ ਉਸਤਤ ਕੀਤੀ ਹੈ ਨਾ ਸੱਤੇ ਤੇ ਭਾਈ ਸੱਤੇ ਬਲਵੰਡਾ ਜੀ ਨੇ। ਤੇ ਇਸ ਤੋਂ ਅੱਗੇ ਹੁਣ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਉਸਤਤ ਕਰਦੇ ਨੇ। ਕਹਿਣ ਲੱਗੇ ਲਹਿਣੇ ਦੀ ਫੇਰ ਆਈ ਹੈ। ਜਦੋਂ ਆਪ ਜੀ ਭਾਈ ਲਹਿਣਾ ਜੀ ਗੱਦੀ ਤੇ ਬੈਠੇ, ਗੱਦੀ ਨਸ਼ੀਨ ਹੋਏ ਗੁਰੂ ਅੰਗਦ ਦੇਵ ਜੀ, ਇਹਨਾਂ ਦੀ ਜਿਹੜੀ ਵਡਿਆਈ ਹੈ ਫਿਰ ਗਈ ਚੌਹਾਂ ਪਾਸੇ ਫੈਲ ਗਈ। ਦੋਹੀ ਖੱਟੀਆ ਭਾਵ ਇਹਨਾਂ ਦੀ ਦੋਹੀ ਜਿਹੜੀ ਚੌਹਾਂ ਪਾਸੇ ਰੌਲਾ ਪੈ ਗਿਆ ਬਈ ਵਾਹ ਕਮਾਲ ਹੋ ਗਈ। ਭਾਈ ਲਹਿਣੇ ਨੇ ਗੱਦੀ ਲੈ ਲਈ, ਗੁਰੂ ਨਾਨਕ ਸਾਹਿਬ ਜੀ ਤੋਂ ਖੱਟੀ ਖੱਟ ਲਈ, ਕਿਰਪਾ ਲੈ ਲਈ ਹੈ। ਜੋਤ ਉਹਾ ਜੁਗਤ ਸਾਏ, ਸਹਿ ਕਾਇਆ ਫੇਰ ਪਲਟੀਐ। ਜਦੋਂ ਵੇਖਣ ਲੋਕ ਆਉਂਦੇ ਵੀ ਜਾ ਕੇ ਵੇਖੀਏ ਤਾਂ ਸਹੀ ਵੀ ਭਾਈ ਲਹਿਣਾ ਜੀ ਕਿਵੇਂ ਦੇ ਲੱਗਦੇ ਨੇ ਗੱਦੀ ਤੇ ਬੈਠੇ ਹੋਏ। ਕਹਿਣ ਲੱਗੇ ਵੇਖਣ ਦਰਸ਼ਨ ਕੀਤਿਆਂ ਪਤਾ ਲੱਗਦਾ ਵੀ ਜੋਤ ਵੀ ਉਹੀ ਹੈ। ਦਰਸ਼ਨ ਕਰਕੇ ਠੰਡ ਵੀ ਉਸੇ ਤਰ੍ਹਾਂ ਪੈਂਦੀ ਗੁਰੂ ਨਾਨਕ ਸਾਹਿਬ ਜੀ ਦੇ ਵਾਂਗ। ਤੇ ਜੁਗਤ ਵੀ ਉਹੀ ਦੱਸ ਰਹੇ ਨੇ, ਦੀਵਾਨ ਸਜਾਉਣਾ ਤੇ ਸ਼ਬਦ ਨਾਲ ਜੋੜਨਾ ਲੋਕਾਂ ਨੂੰ, ਸੱਚੇ ਮਾਰਗ ਤੇ ਚਲਾਉਣਾ, ਧਰਮ ਦੀ ਕਿਰਤ, ਨਾਮ ਜਪਣਾ, ਅੰਮ੍ਰਿਤ ਵੇਲੇ ਜਾਗਣਾ, ਗੁਰਸਿੱਖੀ ਚਲਾਉਣੀ, ਇਹ ਜੁਗਤ ਸਾਰੀ ਇਹ ਕੇਸ ਰੱਖਣੇ ਤੇ ਹੋਰ ਸੱਚ ਬੋਲਣਾ, ਇਹ ਸਾਰੀ ਜੁਗਤ ਉਹੀ ਪਹਿਲਾਂ ਗੁਰੂ ਨਾਨਕ ਸਾਹਿਬ ਵਾਲੀ ਹੈ। ਸਾਏ ਜੋਤ ਉਹਾ ਜੁਗਤ ਸਾਏ, ਸਹਿ ਕਾਇਆ ਫੇਰ ਪਲਟੀਐ। ਬਸ ਇੱਕ ਕਾਇਆ ਹੀ ਪਲਟੀ ਹੈ, ਬਾਕੀ ਸਾਰਾ ਗੁਰੂ ਨਾਨਕ ਸਾਹਿਬ ਜੀ ਵਾਲਾ ਹੀ ਹੈ। ਤੁਲੈ ਸੋ ਛਤ ਨਿਰੰਜਨੇ, ਮਲ ਤਖਤ ਬੈਠਾ ਗੁਰ ਹਟੀਐ। ਸਿਰ ਦੇ ਉੱਤੇ ਨਿਰੰਜਨੀ ਮਾਇਆ ਤੋਂ ਰਹਿਤ ਰੂਹਾਨੀ ਜਿਹੜਾ ਛਤਰ ਹੈ ਸਿਰ ਦੇ ਉੱਤੇ ਝੁੱਲਦਾ ਪਿਆ ਗੁਰੂ ਅੰਗਦ ਦੇਵ ਮਹਾਰਾਜ ਜੀ ਤੇ ਤਖਤ ਮੱਲ ਕੇ ਬੈਠ ਗਿਆ ਗੁਰੂ ਅੰਗਦ ਦੇਵ ਪਾਤਸ਼ਾਹ। ਹੱਟੀ ਨਾਮ ਦੀ ਜਿਹੜੀ ਜਿਹਦੇ ਤੇ ਨਾਮ ਦਾ ਸੌਦਾ ਸੀ, ਗੁਰਮਤ ਦਾ ਸੌਦਾ ਸੀ। ਕਰਹਿ ਜੇ ਗੁਰਪੁਰ ਮਾਇਆ, ਸਿਲ ਜੋਗ ਅਲੂਣੀ ਚੱਟੀਐ। ਇਹ ਗੱਦੀ ਕਿਵੇਂ ਮਿਲੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਨੂੰ? ਕਹਿਣ ਲੱਗੇ ਤਾਂ ਮਿਲਿਆ ਸੀ ਵੀ ਕਰੈ ਜੇ ਗੁਰ ਫਰਮਾਇਆ। ਉਹੀ ਕਰਦਾ ਸੀ ਭਾਈ ਲਹਿਣਾ ਜੀ, ਉਹੀ ਕਰਦੇ ਸਨ ਜੋ ਗੁਰੂ ਸਾਹਿਬ ਦਾ ਹੁਕਮ ਹੁੰਦਾ ਸੀ। ਜੇ ਅੱਧੀ ਰਾਤੀ ਕਹਿਣਾ ਵੀ ਜਾ ਲੈਣਿਆ, ਇਹ ਦਿਨ ਚੜ੍ਹ ਆਇਆ, ਸੂਰਜ ਚੜ੍ਹਿਆ ਹੋਇਆ ਤੇ ਕੱਪੜੇ ਧੋ ਕੇ ਸੁਕਾ ਲਿਆ। ਭਾਈ ਲਹਿਣੇ ਨੇ ਕੱਪੜੇ ਲੈ ਕੇ ਤੁਰ ਪੈਣਾ, ਨਹੀਂ ਵੇਖਣਾ ਸੂਰਜ ਚੜ੍ਹਿਆ ਕਿ ਨਹੀਂ ਚੜ੍ਹਿਆ। ਗੁਰੂ ਨਾਨਕ ਸਾਹਿਬ ਦਾ ਹੁਕਮ ਹੋ ਗਿਆ, ਬਸ ਹੁਕਮ ਮੰਨਣਾ ਹੈ। ਹੋਰ ਮੀਂਹ ਪੈਂਦੇ ਦੇ ਵਿੱਚ ਜੇ ਕੰਧ ਡਿੱਗ ਪੈਣੀ ਤਾਂ ਉਹ ਹੁਕਮ ਹੋਣਾ ਵੀ ਕੰਧ ਬਣਾ ਮੀਂਹ ਦੇ ਵਿੱਚ ਹੀ, ਤੇ ਮੀਂਹ ਦੇ ਵਿੱਚ ਹੀ ਕੰਧ ਬਣਾਉਣ ਲੱਗ ਪੈਣਾ। ਜੇ ਚੂਹੀ ਮਰੀ ਹੋਈ ਸੀ ਉੱਥੇ, ਜਦੋਂ ਕਿਸੇ ਨਾ ਚੁੱਕੀ, ਨਾਲ ਦਿਆਂ ਨੂੰ, ਹੋਰਾਂ ਨੂੰ, ਸਿੱਖਾਂ ਨੂੰ ਥੋੜ੍ਹਾ ਜਿਹਾ ਮੂੰਹ ਜਿਹਾ ਵੱਟ ਗਿਆ ਆਸੇ ਪਾਸੇ ਕਰ ਗਏ, ਤੇ ਜਿਹੜੇ ਸਾਹਿਬਜ਼ਾਦੇ ਸਨ ਉਹ ਵੀ ਇੱਧਰ ਉੱਧਰ ਜਿਹਾ ਮੂੰਹ ਕਰ ਗਏ। ਪਰ ਭਾਈ ਲਹਿਣੇ ਨੇ 1 ਮਿੰਟ ਦੇ ਵਿੱਚ ਹੁਕਮ ਮੰਨਿਆ। ਉਸੇ ਵੇਲੇ ਉਹ ਸਾਰਾ ਕੁਝ ਉਹਨੂੰ ਕਹਿ ਰਹੇ ਨੇ ਕਰਹਿ ਜੇ ਗੁਰ ਫਰਮਾਇਆ। ਇਸ ਤਰ੍ਹਾਂ ਕਿੱਕਰ ਦੇ ਉੱਤੇ ਚੜ੍ਹਨਾ ਸੀ, ਕਿਉਂਕਿ ਮਹਾਰਾਜ ਦਾ ਹੁਕਮ ਸੀ ਸੰਗਤ ਨੂੰ ਭੁੱਖ ਲੱਗੀ ਹੋਈ ਏ ਤੇ ਮਠਿਆਈ ਚਾਹੀਦੀ ਹੈ, ਇਹਨਾਂ ਨੂੰ ਜਾਓ। ਉਹਨਾਂ ਪੁੱਛਿਆ ਕਿਹੜੀ ਦੁਕਾਨ ਤੋਂ ਲਿਆਈਏ? ਬਾਬਾ ਸ੍ਰੀ ਚੰਦ, ਬਾਬਾ ਲਖਮੀ ਚੰਦ, ਬਾਬਾ ਬੁੱਢਾ ਸਾਹਿਬ ਤੇ ਭਾਈ ਸਧਾਰਨ, ਹੋਰ ਬੜੇ ਸਿੱਖ ਸਨ। ਤਾਂ ਇੱਥੇ ਸਾਨੂੰ ਇਕੱਲਿਆਂ ਨਹੀਂ ਲੈਣਾ ਚਾਹੀਦਾ ਵੀ ਆਪਾਂ ਪੁੱਤਰਾਂ ਨੂੰ ਨਿਸ਼ਾਨਾ ਬਣਾ ਦਿੰਦੇ ਹਾਂ ਵੀ ਗੁਰੂ ਸਾਹਿਬ ਦੇ ਪੁੱਤਰਾਂ ਨੇ ਹੁਕਮ ਨਹੀਂ ਮੰਨਿਆ। ਤੇ ਹੋਰ ਕਿੰਨੇ ਸਿੱਖ ਸਨ, ਉਹਨਾਂ ਦਾ ਉਹ ਵੀ ਤਾਂ ਉੱਥੇ ਹੀ ਖੜ੍ਹੇ ਹੋਏ ਸਨ, ਉਹ ਵੀ ਮੰਨ ਸਕਦੇ ਸੀ। ਪਰ ਇਹ ਅੱਗੇ ਜਾ ਕੇ ਬੇਨਤੀ ਕਰਾਂਗੇ ਵੀ ਕਿਵੇਂ ਅਸੀਂ ਇਸ ਪੁੱਠੇ ਰਾਹ ਦੇ ਉੱਤੇ ਗੁਰੂ ਸਾਹਿਬ ਦੇ ਪੁੱਤਰਾਂ ਤੇ ਪਿੱਛੇ ਲੱਗੇ ਹੋਏ ਹਾਂ ਇੱਕ ਤਰ੍ਹਾਂ ਦੇ ਨਾਲ, ਵੀ ਹੋਰ ਕੁਝ ਨਹੀਂ ਆਉਂਦਾ, ਜਿਹਨੂੰ ਕਦੀ ਬਾਣੀ ਨਹੀਂ ਪੜ੍ਹੀ, ਨਾ ਮੂੰਹ ਨਾ ਸਿਰ, ਬਸ ਇੱਕ ਗੱਲ ਦੇ ਪਿੱਛੇ ਲੱਗ ਜਾਂਗੇ, ਬਾਬੇ ਸ੍ਰੀ ਚੰਦ ਉਦਾਸੀਆਂ ਦੇ ਪਿੱਛੇ ਲੱਗ ਜਾਂਗੇ। ਉਹ ਅੱਗੇ ਜਾ ਕੇ ਬੇਨਤੀ ਕਰਾਂਗਾ ਬਈ ਸਿੱਖ ਪੰਥ ਦੇ ਵਿੱਚ ਇੱਕ ਸੰਪਰਦਾਇ ਹੈ ਉਦਾਸੀਨ ਤੇ ਨਿਰਮਲੇ। ਹੋਰ ਜਿਹੜੇ
ਸਾਰੀਆਂ ਟਕਸਾਲਾਂ ਚੱਲੀਆਂ ਨੇ ਗੁਰੂ ਸਾਹਿਬ ਨੇ ਆਪ ਚਲਾਈਆਂ ਸਨ, ਆਪ ਬਣਾਈਆਂ ਸਨ। ਇਹ ਸਮੇਂ ਦੇ ਨਾਲ ਉਹਨਾਂ ਨੇ ਜੇ ਹੁਕਮ ਨਹੀਂ ਮੰਨਿਆ ਤੇ ਵੀ ਗੁਰੂ ਸਾਹਿਬ ਦੀ ਇੱਕ ਕਲਾ ਸੀ, ਤਾਂ ਕਿ ਕਿਉਂਕਿ ਗੱਦੀ ਹੀ ਉੱਥੇ ਰੱਖਣੀ ਸੀ। ਗੁਰੂ ਸਾਹਿਬ ਨੇ ਜਿਹੜੀ ਜੋਤ ਸੀ ਨਾ, ਇਹ ਜੋਤ ਹੀ ਭਾਈ ਲਹਿਣੇ ਦੇ ਸਰੀਰ ਦੇ ਵਿੱਚ ਰੱਖਣੀ ਸੀ, ਹੋਰ ਕਿਸੇ ਸਰੀਰ ਵਿੱਚ ਟਿਕਦੀ ਨਹੀਂ ਸੀ। ਹੋਰ ਵੀ ਸਿੱਖ ਬੜੇ ਸਨ ਉੱਥੇ, ਬਾਬੇ ਬੁੱਢੇ ਵਰਗੇ ਕੋਈ ਕਮਾਈ ਵਾਲੇ ਘੱਟ ਸਨ, ਹੋਰ ਸਿੱਖ ਭਾਈ ਸਧਾਰਨ, ਭਾਈ ਅਜਿੱਤਾ, ਕਿੰਨੇ ਸਿੱਖ ਸਨ, ਤੇ ਉਹਨਾਂ ਨੂੰ ਗੱਦੀ ਨਹੀਂ ਦਿੱਤੀ। ਤਾਂ ਉਹਦੇ ਵਿੱਚ ਗੁਰੂ ਸਾਹਿਬ ਨੇ ਇਹ ਵਿਖਾਉਣਾ ਸੀ ਬਈ ਗੱਦੀ ਜਿਹੜੀ ਜੋਤ ਹੈ ਨਾ, ਜੋਤ ਉਸੇ ਸਰੀਰ ਦੇ ਵਿੱਚ ਆਉਣੀ ਏ। ਇਹ ਜਿਹੜੀਆਂ 10 ਪਾਤਸ਼ਾਹੀਆਂ ਨੇ, ਇਹ ਜਿਹੜੇ 10 ਸਰੀਰ ਨੇ, ਇਹ ਧੁਰੋਂ ਹੀ ਘੜੇ ਹੋਏ ਆਏ ਨੇ। ਇਹ ਹੋਰ ਕਿਸੇ ਕੋਲ ਜੋਤ ਜਾ ਹੀ ਨਹੀਂ ਸੀ ਸਕਦੀ। ਕਿਉਂਕਿ ਅੱਗੇ ਬੇਨਤੀ ਕਰਾਂਗੇ, ਭਾਈ ਗੁਰਦਾਸ ਜਦੋਂ ਇਹ ਗੱਲ ਕਹਿੰਦੇ ਨੇ ਕਿ ਦਿੱਤਾ ਲਈਏ ਆਪਣਾ, ਅਣ ਦਿੱਤਾ ਕਛ ਹੱਥ ਨਾ ਆਵੇ, ਜਾਨ ਨਾ ਦੇਸਾਂ ਸੋਢੀਓ, ਹੋਰ ਸੇ ਅਜਰ ਨਾ ਜਰਿਆ ਜਾਵੇ। ਬੀਬੀ ਭਾਨੀ ਜੀ ਕਹਿੰਦੇ ਵੀ ਇਹ ਪਰਿਵਾਰ ਦੇ ਵਿੱਚੋਂ ਗੱਦੀ ਨਾ ਕਿਤੇ ਜਾਏ। ਇਹ ਤਾਂ ਆਉਣੀ ਉੱਥੇ ਹੈ ਜਿਹੜੇ ਸਰੀਰ ਬਣੇ ਹੋਏ ਨੇ। ਉਹਦੇ ਵਾਸਤੇ ਤਰੀਕਾ ਕਿਹੜਾ ਵਰਤਿਆ ਜਾਏ ਵੀ ਜੇ ਪੁੱਤਰਾਂ ਨੂੰ ਹੁਕਮ ਮਨਾਉਣਾ ਚਾਹੁੰਦੇ ਤੇ ਗੁਰੂ ਨਾਨਕ ਸਾਹਿਬ ਕਲਾ ਵਰਤਾ ਦਿੰਦੇ ਆਪਣੀ। ਇੰਨੀ ਸ਼ਕਤੀ ਸੀ, ਜਿਨ੍ਹਾਂ ਵਿੱਚ ਇੰਨੀ ਪਾਵਰ ਸੀ ਗੁਰੂ ਨਾਨਕ ਸਾਹਿਬ ਜੀ ਦੇ ਵਿੱਚ, ਜਿਨ੍ਹਾਂ ਨੇ ਸਾਧ ਸੰਗਤ ਜੀ ਕੌਡੇ ਰਾਖਸ਼ ਵਰਗਿਆਂ ਦਾ ਮਨ ਬਦਲ ਦਿੱਤਾ। ਜਿਹੜਾ ਬੰਦੇ ਮਾਰ ਕੇ ਖਾਂਦਾ ਸੀ ਹਰ ਰੋਜ਼, ਉਹਦਾ ਮਨ ਬਦਲ ਦਿੱਤਾ, ਉਹਦੇ ਮਨ ਨੂੰ ਸ਼ਾਂਤੀ ਦੇ ਦਿੱਤੀ। ਉਹ ਜਿਹੜਾ ਭੂਮੀਆ ਚੋਰ ਸੀ ਉਹਦਾ ਮਨ ਬਦਲ ਦਿੱਤਾ, ਸੱਜਣ ਠੱਗ ਦਾ ਮਨ ਬਦਲ ਦਿੱਤਾ, ਜਾਦੂਗਰਨੀ ਦਾ ਮਨ ਬਦਲ ਦਿੱਤਾ, ਨੂਰ ਸ਼ਾਹ ਦਾ। ਹੋਰ ਕਿੰਨੇ ਲੋਕ ਹੋਏ ਨੇ, ਵਲੀ ਕੰਧਾਰੀ ਹੋਇਆ ਹੈ, ਹੋਰ ਕਿੰਨੀ ਤਰ੍ਹਾਂ ਦੇ ਲੋਕ ਹੋਏ ਨੇ। ਉਹਨਾਂ ਦੇ ਮਨਾਂ ਨੂੰ ਜੇ ਬਦਲ ਸਕਦੇ ਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਤੇ ਕੀ ਆਪਣੇ ਪੁੱਤਰਾਂ ਦੇ ਮਨ ਨਹੀਂ ਸੀ ਬਦਲ ਸਕਦੇ? ਬਦਲ ਤਾਂ ਸਕਦੇ ਸੀ, ਪਰ ਗੁਰੂ ਸਾਹਿਬ ਨੇ ਜਾਣ ਕੇ ਉਹਨਾਂ ਨੂੰ ਇਸ ਰਾਹ 'ਤੇ ਤੋਰਿਆ ਸੀ। ਔਰ ਦੂਜੇ ਪਾਸੇ ਉਹਨਾਂ ਨੇ ਇੱਕ ਅੱਗੇ ਬੇਨਤੀ ਕਰਾਂਗਾ ਵੀ ਇੱਕ ਉਦਾਸੀ ਦੀ ਜਿਹੜੀ ਰੀਤ ਸੀ, ਜਿਹੜੀ ਉਹਨੂੰ ਸਿੱਖ ਕੌਮ ਦੇ ਵਿੱਚ ਰੱਖਣਾ ਸੀ ਕਿਸੇ ਕਾਰਨ ਕਰਕੇ। ਕੋਈ ਕਾਰਨ ਸੀ ਵੀ ਉਦਾਸੀਆਂ ਦੀ ਰੀਤ ਵੀ ਨਾਲ ਚੱਲਦੀ ਰਹੇ। ਤੇ ਨਾਲੇ ਗੱਦੀ ਜਿਹੜੀ ਜੋਤ ਹੈ, ਜੇ ਹੁਣ ਹੁਕਮ ਮੰਨ ਲੈਂਦੇ ਬਾਬਾ ਸ੍ਰੀ ਚੰਦ, ਉਹ ਸਾਰਾ ਕੁਝ ਕਰ ਲੈਂਦੇ, ਲੋਟਾ ਕੱਢ ਲੈਂਦੇ ਚਿੱਕੜ ਦੇ ਵਿੱਚੋਂ ਤੇ ਕਿੱਕਰ ਤੇ ਚੜ੍ਹ ਕੇ ਹਿਲਾ ਦਿੰਦੇ, ਮਠਿਆਈ ਡਿੱਗ ਪੈਂਦੀ, ਜਾਂ ਹੋਰ ਇਹ ਸਾਰਾ ਕੁਝ ਕਰ ਲੈਂਦੇ, ਤਾਂ ਫਿਰ ਉਹਨਾਂ ਨੂੰ ਨਾਂਹ ਨਹੀਂ ਸੀ ਕੀਤੀ ਜਾਣੀ ਗੱਦੀ ਦੀ। ਪਰ ਜੋਤ ਤਾਂ ਟਿਕਣੀ ਸੀ ਉੱਥੇ ਹੀ, ਜਿਹੜਾ ਸਰੀਰ ਆਇਆ ਸੀ ਪਹਿਲਾਂ। ਕਿਉਂਕਿ ਆਪ ਜੀ ਨੂੰ ਪਤਾ ਹੈ, ਇਹ ਜਿੱਦਣ ਭਾਈ ਲਹਿਣਾ ਜੀ ਇਹ ਪਹਿਲਾਂ ਦੇਵੀ 'ਤੇ ਜਾਇਆ ਕਰਦੇ ਸੀ। ਦੇਵੀ ਦੇ ਪਹਿਲਾਂ ਜਿਹੜਾ ਜਥਾ ਜਾਂਦਾ ਸੀ, ਉਹਦੇ ਜਥੇਦਾਰ ਹੁੰਦੇ ਸੀ ਅੱਗੇ ਤੁਰਨ ਵਾਲੇ। ਤੇ ਉੱਥੇ ਇੱਕ ਦਿਨ ਜਦੋਂ ਕਰਤਾਰਪੁਰ ਸਾਹਿਬ ਦੇ ਕੋਲੋਂ ਲੰਘਣ ਲੱਗੇ, ਤਾਂ ਇਹਨਾਂ ਨੇ ਸਾਧ ਸੰਗਤ ਜੀ ਉੱਥੇ ਨਾਲ ਦੇ ਸਾਥੀਆਂ ਨੂੰ ਕਿਹਾ ਵੀ ਤੁਸੀਂ ਆਪਣਾ ਇੱਥੇ ਖਾਣ ਪੀਣ ਦਾ ਪ੍ਰਬੰਧ ਕਰੋ, ਤੇ ਮੈਂ ਥੋੜ੍ਹੀ ਦਰਸ਼ਨ ਕਰਕੇ ਉਹਨਾਂ ਨਾਨਕ ਤਪੇ ਦੇ। ਉੱਥੋਂ ਘੋੜੀ 'ਤੇ ਚੜ੍ਹ ਕੇ ਆਏ, ਗੁਰੂ ਸਾਹਿਬ ਅੱਗੋਂ ਲੈਣ ਚਲੇ ਗਏ ਨਾ। ਗੁਰੂ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਪਹਿਲਾਂ ਦਰਸ਼ਨ ਨਹੀਂ ਸਨ ਕੀਤੇ, ਇਹਨਾਂ ਨੂੰ ਪਛਾਣ ਨਾ ਆਈ। ਗੁਰੂ ਨਾਨਕ ਸਾਹਿਬ ਅੱਗੋਂ ਗਏ ਤੇ ਭਾਈ ਲਹਿਣੇ ਨੇ ਪੁੱਛਿਆ ਵੀ ਬਜ਼ੁਰਗਾ, ਵੀ ਇੱਥੇ ਨਾਨਕ ਤਪੇ ਦਾ ਇੱਕ ਡੇਰਾ ਸੁਣੀ ਦਾ, ਘਰ ਸੁਣੀ ਦਾ? ਕਹਿੰਦੇ ਹਾਂ ਹੈ ਵੇ। ਕਹਿੰਦੇ ਉਹਦਾ ਰਾਹ ਦੱਸ ਦੇ। ਗੁਰੂ ਨਾਨਕ ਸਾਹਿਬ ਕਹਿੰਦੇ ਰਾਹ ਤੇ ਉਹਦਾ ਥੋੜ੍ਹਾ ਜਿਹਾ ਇਸ ਤਰ੍ਹਾਂ ਦਾ ਹੈ ਵੀ ਜੇ ਮੈਂ ਦੱਸਾਂਗਾ ਤੈਨੂੰ ਸਮਝ ਨਹੀਂ ਆਉਣੀ, ਤੇ ਆ ਲਿਆ ਮੈਂ ਤੈਨੂੰ ਉੱਥੇ ਛੱਡ ਕੇ ਆਉਣਾ। ਅੱਗੋਂ ਘੋੜੀ ਦੀ ਵਾਗ ਫੜ ਲਈ, ਭਾਈ ਲਹਿਣਾ ਜੀ ਘੋੜੀ 'ਤੇ ਬੈਠੇ ਰਹੇ, ਤੇ ਗੁਰੂ ਅੰਗਦ ਦੇਵ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਅੱਗੋਂ ਵਾਗ ਫੜ ਕੇ ਆਪਣੀ ਧਰਮਸ਼ਾਲਾ ਦੇ ਕੋਲ ਲਿਆ ਕੇ ਖੜ੍ਹੇ ਹੋ ਕੇ ਕਹਿੰਦੇ, ਲੈ ਭਾਈ ਆਹ ਹੈ ਬਾਬੇ ਨਾਨਕ ਦਾ ਘਰ, ਨਾਨਕ ਤਪੇ ਦਾ ਘਰ ਹੈ, ਇੱਥੇ ਘੋੜੀ ਬੰਨ੍ਹ ਲੈ ਕਿੱਲੇ ਦੇ ਨਾਲ, ਤੇ ਉੱਧਰੋਂ ਜਾ ਕੇ ਦਰਸ਼ਨ ਕਰ ਲੈ। ਇੱਧਰੋਂ ਭਾਈ ਲਹਿਣੇ ਨੇ ਘੋੜੀ ਬੰਨੀ, ਉਤਰ ਕੇ ਜਦੋਂ ਦਰਸ਼ਨ ਕਰਨ ਗਿਆ ਤੇ ਉਹੀ ਬਜ਼ੁਰਗ ਤਖਤ 'ਤੇ ਬੈਠਾ ਜਿਹੜਾ ਅੱਗੋਂ ਘੋੜੀ ਦਾ ਹੀ ਵਾਗ ਫੜ ਕੇ ਲਿਆਇਆ ਸੀ। ਤੇ ਅੱਖਾਂ ਵਿੱਚ ਪਾਣੀ ਆ ਗਿਆ ਭਾਈ ਲਹਿਣੇ ਦੇ। ਬੇਨਤੀ ਕਰਨ ਲੱਗਦਾ। ਮਹਾਰਾਜ ਕਹਿੰਦੇ ਨੇ, ਗੁਰੂ ਨਾਨਕ ਸਾਹਿਬ ਕਹਿੰਦੇ, ਆ ਭਾਈ ਆਪਣੀਆਂ ਅੱਖਾਂ ਦੇ ਵਿੱਚੋਂ ਤੇਰੀਆਂ ਵਿੱਚ ਪਾਣੀ ਕਿਉਂ ਹੈ? ਕਹਿਣ ਲੱਗੇ ਉਹ ਪਛਤਾਵੇ ਕਰਕੇ ਹੈ ਕਿ ਤੁਹਾਡੇ ਦਰਸ਼ਨ ਕਰਨ ਆਇਆ ਸੀ ਮਹਾਰਾਜ, ਤੇ ਦਰਸ਼ਨ ਕਰਨੇ ਸਨ ਤੇ ਸਤਿਕਾਰ ਨਾਲ ਤੁਰ ਕੇ ਆਉਣਾ ਸੀ, ਤੇ ਆਪ ਜੀ ਤੇ ਗੁਰੂ ਨਾਨਕ ਸਾਹਿਬ ਹੋ, ਤੇ ਤੁਸੀਂ ਅੱਗੋਂ ਤੁਰ ਕੇ ਆਇਓ ਤੇ ਮੈਂ ਘੋੜੀ 'ਤੇ ਚੜ੍ਹ ਕੇ ਆਇਆ। ਮਹਾਰਾਜ ਕਹਿੰਦੇ ਤੇਰਾ ਨਾਂ ਕੀ ਹੈ? ਕਹਿਣ ਲੱਗੇ ਮੇਰਾ ਨਾਂ ਹੈ ਲਹਿਣਾ। ਸਤਿਗੁਰੂ ਨੇ
ਉੱਠ ਕੇ ਘੁੱਟ ਕੇ ਛਾਤੀ ਨਾਲ ਲਾ ਲਿਆ ਅਤੇ ਨਾਲੇ ਬਚਨ ਕਰ ਦਿੱਤਾ। ਕਹਿਣ ਲੱਗੇ ਤੇਰਾ ਨਾਂ ਲੈਣਾ ਹੈ? ਕਹਿੰਦੇ ਹਾਂ। ਕਹਿੰਦੇ ਤੂੰ ਸਾਡੇ ਤੋਂ ਕੁਝ ਲੈਣਾ ਹੈ ਅਤੇ ਅਸੀਂ ਤੈਨੂੰ ਕੁਝ ਦੇਣਾ ਹੈ। ਇਹ ਤਾਂ ਉਦੋਂ ਹੀ ਕਰ ਦਿੱਤਾ ਸੀ ਬਚਨ ਗਰੀਬ ਨਵਾਜ਼ ਗੁਰੂ ਨਾਨਕ ਸਾਹਿਬ ਨੇ, ਜਦੋਂ ਅਜੇ ਸੇਵਾ ਵੀ ਨਹੀਂ ਸੀ ਕੀਤੀ, ਅਜੇ ਕਸਵੱਟੀਆਂ ਵੀ ਨਹੀਂ ਸਨ ਲਾਈਆਂ। ਤਾਂ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਗੱਦੀ ਇਹ ਬਾਬੇ ਸ੍ਰੀ ਚੰਦ ਨੂੰ, ਬਾਬਾ ਲਖਮੀ ਚੰਦ ਜੀ ਨੂੰ ਨਹੀਂ ਸੀ ਮਿਲਣੀ। ਇਹ ਪਹਿਲਾਂ ਫਿਕਸ ਹੋ ਚੁੱਕਾ ਸੀ, ਪਹਿਲਾਂ ਹੀ ਬਣ ਚੁੱਕਾ ਸੀ। ਇਸ ਕਰਕੇ ਇਹ ਸਾਰੀ ਕਲਾ ਗੁਰੂ ਨਾਨਕ ਸਾਹਿਬ ਨੇ ਗੱਦੀ ਭਾਈ ਲਹਿਣੇ ਨੂੰ ਪਹੁੰਚਾਉਣ ਵਾਸਤੇ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਅਤੇ ਪਰਿਵਾਰ ਦੀਆਂ ਨਜ਼ਰਾਂ ਵਿੱਚ ਇਹ ਸਾਰੀਆਂ ਖੇਡਾਂ ਆਪ ਹੀ ਖੇਡੀਆਂ। ਵੀ ਕੌਲਾ ਵਗਾ ਦਿੱਤਾ ਕਦੀ ਪਾਣੀ ਵਿੱਚ, ਅਤੇ ਫਿਰ ਵਿੱਚ ਹੀ ਕਲਾ ਵਰਤਾ ਦਿੱਤੀ, ਜਿਵੇਂ ਮਾਤਾ ਪਿਤਾ 'ਤੇ ਵਰਤਾਈ ਸੀ ਕਲਾ। ਵੀ ਉਹਨਾਂ ਨੂੰ ਪਤਾ ਹੀ ਨਹੀਂ ਸੀ ਲੱਗਦਾ ਵੀ ਨਾਨਕ ਕੋਈ ਬਹੁਤ ਵੱਡਾ, ਗੁਰੂ ਨਾਨਕ ਸਾਹਿਬ ਬੜੇ ਵੱਡੇ ਅਵਤਾਰ ਨੇ। ਪਿਤਾ ਕਾਲੂ ਅਖੀਰ ਤੱਕ ਨਹੀਂ ਸਮਝ ਸਕਿਆ, ਅਖੀਰ 'ਤੇ ਸਮਝ ਆਈ। ਸਾਰੀ ਉਮਰ ਉਹ ਲੜਦਾ ਰਿਹਾ ਗੁਰੂ ਨਾਨਕ ਸਾਹਿਬ ਦੇ ਨਾਲ, ਪਿਤਾ ਮਹਿਤਾ ਕਲਿਆਣ ਦਾਸ ਜੀ, ਅਤੇ ਸਮਝ ਨਹੀਂ ਸੀ ਆਉਂਦੀ। ਮਾਤਾ ਪਿਤਾ ਝੁਰਦੇ ਰਹਿੰਦੇ ਸੀ ਵੀ ਇੱਕੋ ਹੀ ਪੁੱਤਰ ਹੈ, ਅਤੇ ਉਹ ਵੀ ਕੁਰਾਈਆ ਕਹਿੰਦੇ ਸੀ ਮਹਾਰਾਜ ਨੂੰ ਬਹੁਤ ਸਾਰੇ ਲੋਕ, ਵੀ ਫਿਰਦੇ ਰਹਿੰਦਾ ਦੇਸ਼ਾਂ ਦੇਸ਼ਾਂਤਰਾਂ ਵਿੱਚ, ਘਰ ਦੇ ਵਿੱਚ ਸਾਰਾ ਕੁਝ ਵਾਧੂ ਹੈ, ਇਹ ਸੁੱਖ ਨਹੀਂ ਭੋਗਦਾ। ਤਾਂ ਜਦੋਂ ਅਖੀਰਲਾ ਸਮਾਂ ਆਇਆ ਨਾ ਮਾਤਾ ਪਿਤਾ ਦਾ, ਮਹਾਰਾਜ ਨੇ ਪਰਦਾ ਚੁੱਕ ਦਿੱਤਾ ਉਹਨਾਂ ਦਾ ਜਦੋਂ ਪਰਦਾ ਚੁੱਕ ਦਿੱਤਾ ਅਤੇ ਉਹਨਾਂ ਨੂੰ ਉਹਨਾਂ ਦਾ ਪੁੱਤਰ ਦਿਸਿਆ ਵੀ ਇਹਦੇ ਰੱਬ ਦਾ ਰੂਪ ਹੈ, ਸਰੀਰ ਤਾਂ ਹੈ ਹੀ ਨਹੀਂ, ਨੂਰ ਦਾ ਹੀ ਬਣਿਆ ਹੋਇਆ ਗੁਰੂ ਨਾਨਕ ਸਾਹਿਬ 'ਤੇ। ਅਤੇ ਸਾਧ ਸੰਗਤ ਜਦੋਂ ਦਰਸ਼ਨ ਕੀਤੇ ਅਤੇ ਪਿਤਾ ਕਲਿਆਣ ਦਾਸ ਜਿਹੜਾ, ਉਹਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਬਾਬੇ ਕਾਲੂ ਦੀਆਂ 'ਚ। ਮਹਾਰਾਜ ਨੇੜੇ ਗਏ ਅਤੇ ਪਿਤਾ ਨੇ ਕਿਹਾ ਵੀ ਮੈਂ ਪੈਰਾਂ ਨੂੰ ਹੱਥ ਲਾ ਦਿਆਂ ਇਹਦੇ। ਗੁਰੂ ਸਾਹਿਬ ਨੇ ਹੱਥ ਫੜ ਲਏ ਅਤੇ ਪਿਤਾ ਕਾਲੂ ਜੀ ਨੇ ਕਿਹਾ ਸੀ, ਨਾਨਕ ਜਿਵੇਂ ਦਾ ਤੂੰ ਮੈਨੂੰ ਅੱਜ ਦਰਸ਼ਨ ਕਰਾਏ ਨੇ ਆਪਣੇ, ਜਿਵੇਂ ਦਾ ਤੂੰ ਅੱਜ ਦਿਸਿਆ, ਪਹਿਲਾਂ ਕਿਉਂ ਨਹੀਂ ਇਸ ਤਰ੍ਹਾਂ ਦਰਸ਼ਨ ਕਰਾਏ? ਅੱਗੇ ਮੇਰੀਆਂ ਅੱਖਾਂ 'ਤੇ ਪੱਟੀ ਕਿਉਂ ਬੰਨੀ ਰੱਖੀ ਤੂੰ? ਮਹਾਰਾਜ ਨੇ ਮਾਇਆ ਪਾਈ ਹੋਈ ਸੀ, ਮਾਇਆ ਅੱਖਾਂ ਅੱਗੇ ਪਾ ਦਿੱਤੀ ਸੀ। ਗੁਰੂ ਨਾਨਕ ਸਾਹਿਬ ਮਾਤਾ ਪਿਤਾ ਨੂੰ ਗੁਰੂ ਲੱਗਦੇ ਹੀ ਨਹੀਂ ਸਨ, ਉਹਨਾਂ ਨੂੰ ਇਹੀ ਲੱਗਦਾ ਸੀ ਵੀ ਐਵੇਂ ਤੁਰੇ ਫਿਰਦੇ ਨੇ। ਪਰ ਜਦੋਂ ਉਹਨਾਂ ਦਾ ਉਧਾਰ ਕਰਨਾ ਸੀ ਅਖੀਰਲੇ ਟਾਈਮ ਦੇ ਉੱਤੇ, ਉਹ ਮਾਇਆ ਦੀ ਜਿਹੜਾ ਓਹਲਾ ਸੀ ਉਹ ਇੱਕਦਮ ਗੁਰੂ ਸਾਹਿਬ ਨੇ ਨਜ਼ਰ ਮਾਰ ਕੇ ਪਾਸੇ ਕਰ ਦਿੱਤਾ, ਅਤੇ ਗੁਰੂ ਸਾਹਿਬ ਪਰਮਾਤਮਾ ਦਾ ਸਰੂਪ ਦਿਸੇ, ਮਾਤਾ ਪਿਤਾ ਨੂੰ ਫਿਰ ਉਧਾਰ ਕੀਤਾ। ਇਸੇ ਤਰ੍ਹਾਂ ਪੁੱਤਰਾਂ ਨੂੰ ਜਿਹੜੇ ਉਹ ਕਹਿੰਦੇ ਸਨ ਵੀ ਕਿੱਕਰਾਂ ਤੋਂ ਕਿੱਥੇ ਮਠਿਆਈ ਡਿੱਗਣੀ ਹੈ, ਕੌਲਾ ਹੋਰ ਕੋਈ ਲੈ ਲਾਂਗੇ, ਜੇ ਡਿੱਗ ਪਿਆ ਤਾਂ ਇਹਨੂੰ ਕਾਹਦੇ ਲਈ ਕੱਢਣਾ ਹੈ। ਜਦੋਂ ਉਹ ਹੁਕਮ ਨਹੀਂ ਸਨ ਮੰਨਦੇ, ਅਤੇ ਇਹ ਕੋਈ ਉਹਨਾਂ ਦੀ ਬੇਮੁਖਤਾਈ ਨਹੀਂ ਸੀ, ਇਹ ਸਿਰਫ ਗੁਰੂ ਸਾਹਿਬ ਦੀ ਕਲਾ ਸੀ। ਔਰ ਗੁਰੂ ਸਾਹਿਬ ਨੇ ਮਾਇਆ ਪਾਈ ਹੋਈ ਸੀ ਉਹਨਾਂ ਨੂੰ, ਉਸ ਮਾਇਆ ਕਰਕੇ ਉਹ ਇਸ ਤਰ੍ਹਾਂ ਦੂਰ ਰਹਿੰਦੇ ਸਨ। ਭਾਵੇਂ ਕਿ ਭਾਈ ਗੁਰਦਾਸ ਜੀ ਨੇ ਵੀ ਔਰ ਇਸ ਵਾਰ ਦੇ ਅੰਦਰ ਵੀ ਇਹ ਲਿਖਿਆ ਹੋਇਆ ਵੀ ਪੁੱਤਰੀ ਕੌਲ ਨਾ ਪਾਲਿਓ, ਕਰ ਪੀਰੂ ਕੰਨ ਮੁਰੱਟੀਐ, ਮੋਢਾ ਪਾਸੇ ਕਰ ਲਿਆ, ਮੂੰਹ ਪਾਸੇ ਕਰ ਲਿਆ ਗੁਰੂ ਦਾ ਹੁਕਮ ਮੰਨਣ ਲਈ। ਪਰ ਇਹ ਸਾਰੀ ਖੇਡ ਸੀ ਸਾਧ ਸੰਗਤ ਜੀ। ਇਹਦੇ ਵਿੱਚ ਮੇਰੇ ਕਹਿਣ ਤੋਂ ਮਤਲਬ ਸਿਰਫ ਇੰਨਾ ਹੈ, ਅੱਗੇ ਵੀ ਬੇਨਤੀ ਕਰਾਂਗਾ ਜਾ ਕੇ ਵੀ ਉਦਾਸੀਨ ਮਤ ਕੀ ਹੈ। ਇਹ ਮੈਂ ਤਾਂ ਬੇਨਤੀਆਂ ਕਰ ਰਿਹਾ ਕਿ ਜਿਹੜੇ ਲੋਕ ਅੱਜ ਭੁਲੇਖੇ ਵਿੱਚ ਪੈ ਕੇ ਇੰਟਰਨੈਟ ਦੇ ਉੱਤੇ ਰੋਜ਼ ਇਸ ਤਰ੍ਹਾਂ ਦੀ ਕਹਿ ਲਓ ਵੀ ਐਡੀ ਭੈੜੀ ਸ਼ਬਦਾਵਲੀ ਵਰਤਦੇ ਨੇ ਗੁਰੂ ਸਾਹਿਬ ਦੇ ਪੁੱਤਰਾਂ ਵਾਸਤੇ, ਉਹਨਾਂ ਨੂੰ ਜੇ ਕੋਈ ਸਮਝ ਆ ਜਾਏ, ਤੁਸੀਂ ਨਹੀਂ ਮੰਨਣਾ ਨਾ ਮੰਨੋ, ਪਰ ਇਹਨੂੰ ਸੁਣਨਾ ਜ਼ਰੂਰ ਬਈ ਇਹ ਕੀ ਕਾਰਨ ਕੀ ਸੀ ਇਹਦਾ। ਗੁਰੂ ਸਾਹਿਬ ਨੇ ਭਾਈ ਲਹਿਣੇ ਨੂੰ ਗੱਦੀ ਕਿਉਂ ਦਿੱਤੀ ਸੀ, ਇਹਨੂੰ ਜੇ ਤੁਸੀਂ ਸਮਝ ਗਏ, ਜੇ ਅਕਲ ਆ ਗਈ, ਜੇ ਤਾਂ ਸਮਝ ਨਾ ਹੋਇਆ ਤੇ ਫਿਰ ਤਾਂ ਭਾਈ ਤੁਸੀਂ ਸਮਝ ਜਾਓਗੇ। ਅਤੇ ਜੇ ਤੁਹਾਡੀ ਡਿਊਟੀ ਇਹ ਲੱਗੀ ਹੋਈ ਹੈ ਵੀ ਤੁਸੀਂ ਗੁਰੂ ਘਰ ਦੇ ਵਿੱਚ ਤਰੇੜਾਂ ਹੀ ਪਾਉਣੀਆਂ ਨੇ, ਗੁਰੂ ਘਰ ਦੇ ਵਿੱਚ ਲੜਾਈਆਂ ਹੀ ਪਾਉਣੀਆਂ ਨੇ, ਆਪਸ ਗਰੁੱਪਬਾਜ਼ੀ ਪੈਦਾ ਕਰਨੀ ਹੈ, ਅਤੇ ਪਿੱਛੋਂ ਤੁਸੀਂ ਕਿਸੇ ਨੇ ਛੱਟ ਪਾਈ ਹੋਈ ਹੈ ਤੁਹਾਡੇ ਉੱਤੇ ਵਾਹੁਣ ਵਾਸਤੇ, ਅਤੇ ਖੁਰਾਕ ਪਿੱਛੋਂ ਆਉਂਦੀ ਤੁਹਾਨੂੰ, ਅਤੇ ਫਿਰ ਤੁਹਾਡਾ ਇਲਾਜ ਵੀ ਕੋਈ ਨਹੀਂ ਹੈ। ਇਸ ਕਰਕੇ ਇਹ ਤਾਂ ਬੇਨਤੀਆਂ ਕਰ ਰਿਹਾ ਸੀ ਵੀ ਸਾਰੀ ਗੁਰੂ ਸਾਹਿਬ ਦੀ ਕਲਾ ਹੈ। ਜਿਹੜਾ ਭਾਈ ਲਹਿਣੇ ਨੇ ਹੁਕਮ ਮੰਨਿਆ, ਪੜ੍ਹੋ ਇੱਕ ਵਾਰੀ ਫਿਰ, ਕਰੇ ਜੇ ਗੁਰ ਫਰਮਾਇਆ, ਕਰੇ ਜੇ ਗੁਰ ਫਰਮਾਇਆ, ਸਿਲ ਜੋਗ ਅਲੂਣੀ ਚੱਟੀਐ। ਭਾਈ ਲਹਿਣਾ ਜੀ ਉਹੀ ਕਰਦੇ ਨੇ ਜੋ ਕੁਝ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਨੇ। ਉਹਨਾਂ ਦਾ ਫਰਮਾਨ ਹੋਰ ਕੋਈ ਨਹੀਂ ਮੰਨ ਸਕਦਾ। ਸਿਲ ਜੋਗ ਜੁੜਨ ਵਾਲੀ ਜਿਹੜੀ ਉਹਨਾਂ ਦੀ ਸਿੱਖੀ ਦੀ ਘਾਲਣਾ ਹੈ, ਉਹ ਐਸੀ ਸਿਲ ਚੱਟ ਰਹੇ ਨੇ ਅਲੂਣੀ, ਜਿਹਦੇ ਵਿੱਚ ਲੂਣ ਵੀ ਨਾ ਹੋਵੇ। ਅਲੂਣੀ ਸਿਲ ਭਾਵ ਫਿੱਕਾ ਔਖਾ ਜਿਹੜਾ ਕਮਾਈ ਸੀ ਸਿੱਖੀ ਦੀ,
ਉਹਦੀ ਕਮਾਈ ਕਰ ਰਹੇ ਹਨ। ਲੰਗਰ ਚੱਲੈ ਗੁਰ ਸ਼ਬਦ ਹਰ ਟੋਟ ਨ ਆਵੀ ਖੱਟੀਐ। ਗੁਰੂ ਅੰਗਦ ਦੇਵ ਜੀ ਦੇ ਲੰਗਰ ਦੇ ਵਿੱਚ ਗੁਰੂ ਸ਼ਬਦ ਦਾ ਲੰਗਰ ਚੱਲਦਾ ਹੈ। ਗੁਰੂ ਕੇ ਉਪਦੇਸ਼ ਦਾ, ਜਿਹੜੀ ਸੰਗਤ ਆਉਂਦੀ ਹੈ ਉਹਨਾਂ ਨੂੰ ਗੁਰੂ ਕੇ ਉਪਦੇਸ਼ ਦਾ ਲੰਗਰ ਚੱਲਦਾ, ਜਿਹੜਾ ਉਹ ਗੁਰੂ ਕਾ ਉਪਦੇਸ਼ ਮਿਲਦਾ ਹੈ, ਗੁਰੂ ਕਾ ਸ਼ਬਦ ਬਾਣੀ ਨਾਲ ਜੋੜਦੇ ਨੇ ਮਹਾਰਾਜ, ਔਰ ਤੋਟ ਨਹੀਂ ਆਉਂਦੀ ਜਿਹੜੇ ਉਹਨੂੰ ਖੱਟਦੇ ਨੇ। ਗੁਰੂ ਕੇ ਹੁਕਮ ਨੂੰ ਮੰਨ ਕੇ ਜਿਹੜੇ ਬਾਣੀ ਦਾ ਅਭਿਆਸ ਕਰਦੇ ਗੁਰੂ ਕੇ ਸਿੱਖ, ਉਹਨਾਂ ਨੂੰ ਤੋਟ ਨਹੀਂ, ਕਮੀ ਨਹੀਂ ਆਉਂਦੀ ਉਸ ਲੰਗਰ ਦੇ ਵਿੱਚੋਂ। ਖਰਚੇ ਦਿੱਤ ਖਸਮ ਦੇ ਆਪ ਕਹਦੀ ਖੈਰਦ ਬੱਟੀਐ। ਜਿਹੜੀ ਖਸਮ ਨੇ ਦਿੱਤੀ ਹੈ, ਗੁਰੂ ਨਾਨਕ ਸਾਹਿਬ ਨੇ ਜਿਹੜੀ ਦਾਤ ਦਿੱਤੀ ਹੋਈ ਹੈ ਭਾਈ ਲਹਿਣਾ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੂੰ, ਉਹਨੂੰ ਖਰਚ ਰਹੇ ਨੇ ਖੁੱਲੀ। ਆਪ ਖਹਿੰਦੀ, ਆਪ ਵੀ ਖਾ ਰਹੇ ਨੇ, ਆਪ ਵੀ ਆਨੰਦ ਲੈ ਰਹੇ ਨੇ। ਤੇ ਖੈਰ, ਜਿਹੜੀ ਖੈਰ ਮਿਲੀ ਸੀ ਦਬੱਟੀਐ, ਦਬੱਟੀਐ ਮੈਨੇ ਦੱਬ ਕੇ, ਦਬਾ ਦਬ, ਯਾਨੀ ਕਿ ਵੱਧ ਤੋਂ ਵੱਧ ਸੰਕੋਚ ਨਹੀਂ ਕਰਦੇ। ਜਿਹੜਾ ਆ ਜਾਂਦਾ ਉਹਨੂੰ ਖੈਰ ਪਾ ਦਿੰਦੇ ਨੇ ਗੁਰੂ ਨਾਨਕ ਦੀ ਸਿੱਖੀ ਦੀ ਦਾਤ ਦੀ। ਹੋਵੈ ਸਿਫਤ ਖਸਮ ਦੇ ਨੂਰ ਅਰਸਹ ਕੁਰਸਹ ਚੱਟੀਐ। ਜਦੋਂ ਗੁਰੂ ਅੰਗਦ ਦੇਵ ਜੀ ਦਾ ਦਰਬਾਰ ਸਜਦਾ ਹੈ ਸੱਚੇ ਪਾਤਸ਼ਾਹ ਜੀ ਦਾ, ਉਸ ਵੇਲੇ ਵੇਖਣ ਵਾਲਾ ਹੁੰਦਾ ਹੈ। ਹੋਵੈ ਸਿਫਤ ਖਸਮ ਦੀ, ਉੱਥੇ ਖਸਮ ਦੀ ਬਾਣੀ ਦਾ ਕੀਰਤਨ ਹੁੰਦਾ ਹੈ। ਇਹ ਸਾਰਾ ਕੁਝ ਸੱਤਾ ਤੇ ਬਲਵੰਡਾ ਉਚਾਰਨ ਕਰ ਰਹੇ ਨੇ ਉਸਤਤ ਦੇ ਵਿੱਚ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੀ। ਉੱਥੇ ਖਸਮ ਪਾਤਸ਼ਾਹ ਦੀ ਵਡਿਆਈ ਹੁੰਦੀ ਹੈ ਤੇ ਨੂਰ ਲੱਗਦਾ ਆਕਾਸ਼ ਦੇ ਵੱਲੋਂ, ਅਰਸ਼ੋਂ, ਅਰਸ਼ੋਂ ਮੈਨੇ ਆਕਾਸ਼, ਉੱਤੋਂ ਨੂਰ ਝੜਦਾ ਦਿਸਦਾ। ਜਿਵੇਂ ਮੀਂਹ ਪੈਂਦਾ ਨਾ ਕਈ ਵਾਰੀ, ਤੇ ਮੀਂਹ ਦੀਆਂ ਲਸਰਾਂ ਜੀਆਂ ਬੱਦਲਾਂ ਦੇ ਵਿੱਚੋਂ ਥੱਲੇ ਨੂੰ ਆਉਂਦੀਆਂ ਨੇ, ਇਸ ਤਰ੍ਹਾਂ ਜਿੱਥੇ ਜਿੱਥੇ ਜਦੋਂ ਦੀਵਾਨ ਸਜਦਾ ਹੈ ਤੇ ਉੱਥੇ ਉੱਤੋਂ ਆਕਾਸ਼ ਦੇ ਵੱਲੋਂ ਅਰਸ਼ੋਂ ਨੂਰ ਥੱਲੇ ਨੂੰ ਆਉਂਦਾ ਹੈ। ਅਰਸ਼ੋਂ ਔਰ ਕੁਰਸੋਂ, ਕੁਰਸੋਂ ਮੈਨੇ ਅਰਸ਼ ਤੋਂ ਵੀ ਪਾਰ, ਯਾਨੀ ਕਿ ਅਰਸ਼ ਜਿਹੜਾ ਆਕਾਸ਼ ਹੈ, ਕਹਿੰਦੇ ਇਹਦੇ ਤੋਂ ਵੀ ਪਾਰ ਜਿਹੜਾ ਉੱਤੇ ਸੱਚਖੰਡ ਹੈ, ਝੱਟੀਆ ਝੜਦਾ ਹੈ, ਉੱਥੋਂ ਗੁਰੂ ਸਾਹਿਬ ਦੇ ਤਖਤ ਦੇ ਉੱਤੇ ਉਧਰ ਵੱਲ ਨੂੰ ਨੂਰ ਆਉਂਦਾ ਨਜ਼ਰ ਆਉਂਦਾ ਹੈ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਤੇ ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਉਹ ਕਹਿੰਦੇ, ਭਾਈ ਸੱਤਾ ਤੇ ਬਲਵੰਡਾ ਕਹਿੰਦੇ ਨੇ, ਜਿਹੜੇ ਜਿਹੜੇ ਆ ਕੇ ਤੁਹਾਡਾ ਦਰਸ਼ਨ ਕਰਦੇ ਉਹਨਾਂ ਦੀ ਕਈ ਜਨਮਾਂ ਦੀ ਮੈਲ ਉਤਰ ਜਾਂਦੀ ਹੈ। ਇਹ ਇਤਿਹਾਸ ਦੇ ਵਿੱਚ ਵੀ ਲਿਖਿਆ ਹੈ ਕਿ ਗੁਰੂ ਅੰਗਦ ਦੇਵ ਜੀ ਸਵੇਰੇ ਜਦੋਂ ਆਪਣੇ ਆਸਣ ਤੋਂ ਜਦੋਂ ਚੌਂਕੜਾ ਲਾਉਂਦੇ ਸੀ ਸਿਮਰਨ ਦੇ ਵਿੱਚ, ਤੇ ਸਿਮਰਨ ਦੇ ਵਿੱਚ ਚੌਂਕੜਾ ਲਾ ਕੇ ਸਾਧ ਸੰਗਤ ਜੀ ਉਸ ਵੇਲੇ ਜਦੋਂ ਅੱਖ ਖੋਲ੍ਹਦੇ ਸੀ, ਉੱਠਦੇ ਸੀ ਤੇ ਬਾਹਰ ਨਿਕਲਦੇ ਸੀ ਸੰਗਤ ਵਿੱਚ ਜਾਣ ਵਾਸਤੇ, ਕੀਰਤਨ ਦੇ ਵਿੱਚ ਜਾਣ ਵਾਸਤੇ, ਤੇ ਗੁਰੂ ਸਾਹਿਬ ਦੇ ਦਰਵਾਜ਼ੇ ਦੇ ਅੱਗੇ ਕਈ ਦੁਖੀ ਜਿਹੜੇ ਸੀ, ਰੋਗੀ ਸਨ, ਉਹਨਾਂ ਦੀਆਂ ਲਾਈਨਾਂ ਲੱਗੀਆਂ ਹੁੰਦੀਆਂ ਸੀ, ਮੰਜੀਆਂ ਤੇ ਬੈਠੇ ਹੁੰਦੇ ਸੀ ਆ ਕੇ, ਇੰਨੇ ਰੋਗੀ ਹੁੰਦੇ ਸਨ ਉਹ, ਜਿਨ੍ਹਾਂ ਦੇ ਉੱਤੇ ਗੁਰੂ ਸਾਹਿਬ ਜੀ ਦੀ ਨਜ਼ਰ ਪੈ ਜਾਂਦੀ ਸੀ। ਤੁਧ ਡਿਠੇ ਸੱਚੇ ਪਾਤਸ਼ਾਹ, ਹੇ ਮਹਾਰਾਜ, ਜਿਹਨੂੰ ਤੁਸੀਂ ਇੱਕ ਵਾਰੀ ਨਜ਼ਰ ਕਰਕੇ ਉਹਨਾਂ ਵੱਲ ਵੇਖ ਲੈਂਦੇ ਹੋ, ਉਹਨਾਂ ਦੇ ਜਨਮਾਂ ਜਨਮਾਂ ਦੀ ਜਿਹੜੀ ਮੈਲ ਸੀ, ਜਿਹੜੇ ਰੋਗ ਸਨ, ਉਹ ਤਾਂ ਹੀ ਲੱਗਦੇ ਨਾ ਕਿ ਜਨਮਾਂ ਜਨਮਾਂ ਦੀ ਮੈਲ ਲੱਗੀ ਹੁੰਦੀ ਅੰਦਰ, ਪੁਰਾਣੇ ਜਿਹੜੇ ਪਾਪਾਂ ਦੀ, ਉਹ ਕੱਟੀ ਜਾਂਦੀ ਹੈ। ਸੱਚ ਜੇ ਗੁਰਪੁਰ ਮਾਇਆ ਕਿਉ ਏਦੂ ਬੋਲਹੁ ਹਟੀਐ। ਜਿਹੜੀ ਸੱਚੀ ਗੱਲ ਗੁਰੂ ਸਾਹਿਬ ਨੇ ਫਰਮਾਈ ਹੈ, ਮਹਾਰਾਜ ਸੱਚੇ ਭਾਈ ਸੱਤਾ ਤੇ ਬਲਵੰਡਾ ਕਹਿੰਦੇ, ਗੁਰੂ ਅੰਗਦ ਦੇਵ ਜੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਕਮਾਈ ਕੀਤੀ ਸੀ ਕਿ ਜਿਹੜੀ ਸੱਚੀ ਗੱਲ ਗੁਰੂ ਸਾਹਿਬ ਨੇ ਕੀਤੀ ਹੈ, ਕਿਉਂ ਏਦੂ ਬੋਲੋਂ ਹਟੀਐ, ਇਹਨਾਂ ਬੋਲਾਂ ਤੋਂ ਪਿਛਾਂ ਕਿਉਂ ਹਟੀਏ। ਮਹਾਰਾਜ ਨੇ ਜੋ ਹੁਕਮ ਕੀਤਾ ਹੈ, ਤੇ ਉਹ ਸੱਤਾ ਤੇ ਬਲਵੰਡਾ ਵੀ ਕਹਿੰਦੇ ਕਿ ਅਸੀਂ ਉਹ ਗੱਲ ਕਹਿਣ ਤੋਂ ਪਿਛਾਂ ਨਹੀਂ ਹਟਾਂਗੇ ਜਿਹੜੀ ਵਡਿਆਈ ਹੈ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਦੇਵ ਜੀ ਸਾਹਿਬ ਜੀ ਦੇ ਘਰ ਦੀ। ਪੁੱਤਰੀ ਕੌਲ ਨਾ ਪਾਲਿਓ ਕਰ ਪੀ ਰਹੋ ਕੰਨ ਮੁਰਟੀਐ। ਇੱਥੇ ਪੁੱਤਰੀ ਕੌਲ ਨਾ ਪਾਲਿਓ, ਪੁੱਤਰੀ ਮੈਨੇ ਪੁੱਤਰਾਂ ਨੇ, ਕੌਲ ਨਾ ਪਾਲਿਓ, ਕੌਲ ਮੈਨੇ ਬਚਨ ਨਹੀਂ ਪਾਲਿਆ, ਕਰ ਪੀਰੋਂ, ਪੀਰੋਂ ਮੈਨੇ ਗੁਰੂ ਨਾਨਕ ਸਾਹਿਬ, ਕੰਨ ਮੁਰਟੀਐ, ਮੋਢਾ ਜਾ ਕਰ ਗਏ, ਪਾਸੇ ਜਾ ਮੂੰਹ ਕਰ ਗਏ। ਇਹ ਜਿਹੜੀ ਪੰਕਤੀ ਹੈ ਨਾ, ਇਸ ਪੰਕਤੀ ਨੂੰ ਲੈ ਕੇ, ਇੱਕ ਪੰਕਤੀ ਨੂੰ ਮੈਂ ਪਿੱਛੇ ਵੀ ਜ਼ਿਕਰ ਕਰ ਆਇਆ, 5-7 ਮਿੰਟ ਲਾਏ ਨੇ, ਤੇ ਹੁਣ ਫਿਰ ਥੋੜ੍ਹੀਆਂ ਜਿਹੀਆਂ ਬੇਨਤੀਆਂ ਕਰਨੀਆਂ ਚਾਹੁੰਦਾ ਕਿ ਇਸ ਪੰਕਤੀ ਨੂੰ ਲੈ ਕੇ ਬੜੇ ਲੋਕਾਂ ਨੇ, ਕਿਉਂਕਿ ਸਾਡੀ ਆਦਤ ਹੈ ਅਸੀਂ ਉਸ ਗੱਲ ਦੇ ਉੱਤੇ ਜ਼ਿਆਦਾ ਜ਼ੋਰ ਦਿੰਦੇ ਹਾਂ ਜਿਹਦੇ ਵਿੱਚ ਬਹਿਸ ਮੁਹਾਸਾ ਜ਼ਿਆਦਾ ਹੋਵੇ, ਜਿਹਦੇ ਵਿੱਚ ਖਿੱਚਾਤਾਣ ਵਧੇ। ਸਾਡੇ ਜਿਹੜੇ ਕਈ ਪ੍ਰਚਾਰਕ ਨੇ, ਉਹਨਾਂ ਦੀ ਨਜ਼ਰ ਹੀ ਇਸ ਚੀਜ਼ 'ਤੇ ਹੁੰਦੀ ਹੈ
ਵੀ ਅਸੀਂ ਕੋਈ ਇੰਟਰਨੈਟ 'ਤੇ ਇਸ ਤਰ੍ਹਾਂ ਦੀ ਚੀਜ਼ ਬੋਲ ਕੇ ਪਾਈਏ ਜਿਹਨੂੰ ਜ਼ਿਆਦਾ ਲੋਕ ਸੁਣਨਗੇ। ਜਿੰਨੇ ਜ਼ਿਆਦਾ ਲੋਕ ਸੁਣਨਗੇ ਉਹਨੇ, ਬਸ ਇੱਕ ਆਦਤ ਹੁੰਦੀ ਬੰਦੇ ਨੂੰ ਪ੍ਰਸਿੱਧੀ ਦੀ, ਹੋਰ ਤਾਂ ਕੁਝ ਨਹੀਂ ਇਹਦੇ ਵਿੱਚ। ਤਾਂ ਉਹਦੇ ਵਿੱਚ ਸੁਧਾਰਵਾਚਕ ਬਣਦੇ ਨੇ ਵੀ ਅਸੀਂ ਸੁਧਾਰ ਕਰਨਾ ਸਿੱਖੀ ਦਾ। ਤਾਂ ਇਹਨੂੰ ਬੜੇ ਨਾਂ ਦੇ ਨਾਲ ਜਿਹੜਾ ਵਰਤਣਗੇ ਵੀ ਇਹ ਤੇ ਬੂਬਣੇ ਨੇ, ਤੇ ਇਹ ਪਖੰਡੀ ਨੇ, ਬ੍ਰਾਹਮਣ ਬਣ ਗਏ, ਪੱਗ ਵਾਲੇ ਬ੍ਰਾਹਮਣ, ਦੂਜਾ ਤੀਜਾ, ਕਈ ਕੁਝ ਪਤਾ ਨਹੀਂ ਕਿੰਨਾ ਕੁਝ ਬੋਲਦੇ ਨੇ। ਤਾਂ ਉਹ ਇਸ ਪੰਕਤੀ ਦਾ ਆਧਾਰ ਬਣਾਉਂਦੇ ਨੇ। ਇਹਦੇ ਵਾਸਤੇ ਪਹਿਲਾਂ ਵੀ ਬੇਨਤੀ ਕਰ ਰਿਹਾ ਕਿ ਜਦੋਂ ਉਹ ਜਿਹੜੇ ਸਾਧ ਸੰਗਤ ਜੀ ਆਪਣਾ ਭਾਈ ਸੱਤਾ ਤੇ ਬਲਵੰਡਾ ਸਨ, ਜਦੋਂ ਉਹਨਾਂ ਨੇ ਇਹ ਕਿਹਾ ਵੀ ਪੁੱਤਰੀ ਕੌਲ ਨਾ ਪਾਲਿਓ, ਭਲਾ ਦੱਸੋ ਵੀ ਗੁਰੂ ਸਾਹਿਬ ਦੇ ਪੁੱਤਰ ਇਕੱਲੇ ਉਹ ਹੀ ਸਨ ਜਿਨ੍ਹਾਂ ਨੇ ਕੌਲ ਨਹੀਂ ਪਾਲਿਆ, ਜਾਂ ਹੋਰ ਵੀ ਕੋਈ ਹੈ ਸਨ? ਆਪਾਂ ਥੋੜ੍ਹਾ ਜਿਹਾ ਵੀ ਵੇਖ ਲਈਏ ਕਿ ਪੁੱਤਰਾਂ ਨੇ ਨਹੀਂ ਬਚਨ ਮੰਨਿਆ, ਜਾਂ ਹੋਰ ਵੀ ਕੋਈ ਹੈ ਸੀ? ਸਿੱਖ ਵੀ ਹੈ ਸਨ ਜਿਨ੍ਹਾਂ ਨੇ ਬਚਨ ਨਹੀਂ ਮੰਨਿਆ ਗੁਰੂ ਸਾਹਿਬ ਦਾ, ਪਰ ਉੱਧਰ ਅਸੀਂ ਕਦੀ ਨਹੀਂ ਜਾਵਾਂਗੇ। ਸਿਰਫ ਬਾਬਾ ਸ੍ਰੀ ਚੰਦ ਜਿਹੜਾ ਉਦਾਸੀਨ ਸੰਪਰਦਾ ਹੈ, ਉਹਦੇ 'ਤੇ ਸਾਡਾ ਜਿਹੜਾ ਜ਼ੋਰ ਲੱਗੇਗਾ। ਹਾਲਾਂਕਿ ਮੈਂ ਕਈ ਵਾਰੀ ਸੋਚਣਾ ਵੀ ਪਤਾ ਨਹੀਂ ਇਹਨਾਂ ਲੋਕਾਂ ਦੀ ਬਾਬਾ ਸ੍ਰੀ ਚੰਦ ਨਾਲ ਕਿਹੜੇ ਜਨਮਾਂ ਦੀ ਵੈਰ ਹੈ ਕੋਈ, ਜਾਂ ਉਹਨਾਂ ਨੇ ਇਹਨਾਂ ਦੀ ਵੱਟ ਵੱਢੀ ਹੋਈ, ਜਾਂ ਇਹਨਾਂ ਦੀ ਕੋਈ ਮੱਝ ਗਾਂ ਖੋਲ੍ਹ ਕੇ ਲੈ ਗਏ ਸੀ, ਜਾਂ ਹੋਰ ਕੋਈ ਇਦੋਂ ਜ਼ਿਆਦੀਆਂ ਗੱਲਾਂ। ਤੇ ਹੁਣ ਮੈਂ ਇੱਥੇ ਕਰ ਨਹੀਂ ਸਕਦਾ, ਗੱਲਾਂ ਤੇ ਹੋਰ ਵੀ ਮੇਰੇ ਦਿਮਾਗ ਵਿੱਚ 2-3 ਆਈਆਂ ਹੋਈਆਂ ਨੇ ਹੁਣ, ਵੀ ਉਹਨਾਂ ਨੇ ਕੁਝ ਹੋਰ ਹੀ ਕਰ ਦਿੱਤਾ ਹੋਵੇ। ਪਰ ਪਤਾ ਨਹੀਂ ਕੀ ਗੱਲ ਹੈ, ਉਹਨਾਂ ਨੇ ਚਲੋ ਬਚਨ ਨਹੀਂ ਮੰਨਿਆ। ਆਪਾਂ ਮੰਨ ਲੈਂਦੇ ਹਾਂ ਬਾਣੀ ਦੀ ਪੰਕਤੀ ਤੋਂ, ਆਪਾਂ ਬਿਲਕੁਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇੱਕ ਇੱਕ ਅੱਖਰ ਸੱਤ ਹੈ। ਪਰ ਕਦੀ ਤੁਸੀਂ ਬਾਬੇ ਦਾਤੂ ਦਾ ਵੀ ਨਾਂ ਲਿਆ ਹੈ? ਜਿਹੜਾ ਦਾਤੂ ਉਸ ਵੇਲੇ ਗੁਰੂ ਅੰਗਦ ਦੇਵ ਜੀ ਦਾ ਪੁੱਤਰ ਹੋਇਆ। ਅੱਗੋਂ 2 ਪੁੱਤਰ ਸਨ ਗੁਰੂ ਅੰਗਦ ਦੇਵ ਜੀ ਦੇ, ਦਾਤੂ ਤੇ ਦਾਸੂ। ਉਹ ਜਿਹੜਾ ਦਾਤੂ ਤੇ ਦਾਸੂ ਹੈ, ਗੁਰੂ ਅਮਰਦਾਸ ਜੀ ਜਦੋਂ ਗੁਰੂ ਅੰਗਦ ਦੇਵ ਜੀ ਨੇ ਗੁਰਤਾ ਗੱਦੀ 'ਤੇ ਬਿਠਾ ਦਿੱਤੇ, ਤੇ ਜਿਹੜਾ ਦਾਤੂ ਹੈ ਉਹ ਆਇਆ ਗੁੱਸੇ ਦੇ ਵਿੱਚ ਹਲਿਆ ਚਲਿਆ, ਸੰਗਤ ਕੋਲ ਬੈਠੀ ਹੋਈ ਹੈ, ਸਿੱਖ ਕੋਲ ਬੈਠੇ ਹੋਏ ਨੇ, ਦੀਵਾਨ ਸਜਿਆ ਹੋਇਆ ਹੈ। ਗੁਰੂ ਅਮਰਦਾਸ ਜੀ ਗੱਦੀ 'ਤੇ ਬੈਠੇ ਹੋਏ ਨੇ, ਵਡੇਰੀ ਉਮਰ ਹੈ 60-62 ਸਾਲ ਦੀ, ਤੇ ਗੁਰੂ ਅੰਗਦ ਦੇਵ ਜੀ ਨੇ ਆਪ ਗੱਦੀ 'ਤੇ ਬਿਠਾਇਆ ਹੈ। ਬਈ ਪੁੱਤਰਾਂ ਨੂੰ ਨਹੀਂ ਦਿੱਤੀ ਗੁਰੂ ਅੰਗਦ ਦੇਵ ਜੀ ਨੇ ਗੱਦੀ, ਗੁਰੂ ਅਮਰਦਾਸ ਜੀ ਨੂੰ ਦਿੱਤੀ ਹੈ। ਤੇ ਸਾਡਾ ਇਤਿਹਾਸ ਦੇ ਕਈ ਗ੍ਰੰਥ ਕਹਿੰਦੇ ਵੀ ਦਾਤੂ ਆਇਆ, ਉਹਨੇ ਨਹੀਂ ਕੋਈ ਗੱਲ ਕੀਤੀ, ਨਹੀਂ ਬਾਤ ਕੀਤੀ, ਆਉਂਦਿਆਂ ਸਾਰ ਖਿੱਚ ਕੇ ਗੁਰੂ ਅਮਰਦਾਸ ਜੀ ਨੂੰ ਲੱਤ ਮਾਰੀ। ਖਿੱਚ ਕੇ ਜਦੋਂ ਲੱਤ ਮਾਰੀ ਤੇ ਮਹਾਰਾਜ ਗੁਰੂ ਅਮਰਦਾਸ ਜੀ ਤਖਤ ਤੋਂ ਥੱਲੇ ਡਿੱਗ ਪਏ। ਜਦੋਂ ਥੱਲੇ ਡਿੱਗ ਪਏ ਤੇ ਉਸ ਵੇਲੇ ਨਿਮਰਤਾ ਦੇ ਪੁੰਜ ਗੁਰੂ ਅਮਰਦਾਸ ਜੀ ਨੇ ਦਾਤੂ ਦਾ ਪੈਰ ਲੱਤ ਫੜ ਲਈ, ਲੱਤ ਫੜ ਕੇ ਘੁੱਟਣ ਲੱਗ ਪਏ। ਜਦੋਂ ਘੁੱਟਣ ਲੱਗ ਪਏ ਤੇ ਸਿੱਖ ਕੋਲ ਬੈਠੇ ਸੀ। ਹੁਣ ਸਿੱਖਾਂ ਨੂੰ ਤਾਂ ਗੁੱਸਾ ਆਉਣਾ ਹੀ ਸੀ। ਉਹਨਾਂ ਨੇ ਬਾਹਾਂ ਟੁੰਗ ਲਈਆਂ। ਉਹਨਾਂ ਕਿਹਾ, ਮਹਾਰਾਜ ਕੀ ਹੋਇਆ? ਗੁਰੂ ਦੇ ਪੁੱਤਰ ਨੇ, ਕਿਹੜੀ ਗੱਲ ਹੋ ਗਈ? ਕੌਣ ਹੈ ਜਿਹੜਾ ਬਾਬੇ ਨਾਨਕ ਦੀ ਗੱਦੀ ਵੱਲ ਇਸ ਤਰ੍ਹਾਂ ਇੰਨੀ ਅਵੱਗਿਆ ਕਰੇ? ਅਸੀਂ ਹੁਣੇ ਇਹਨਾਂ ਨੂੰ ਦੱਸ ਦਿੰਦੇ ਹਾਂ ਕਿਵੇਂ ਲੱਤਾਂ ਮਾਰੀ ਦੀਆਂ ਨੇ। ਸਤਿਗੁਰੂ ਨੇ ਇਸ਼ਾਰਾ ਕੀਤਾ, ਕਹਿੰਦੇ ਨਹੀਂ, ਸਾਡੇ ਹੁਕਮ ਵਿੱਚ ਰਹਿਣਾ ਹੈ। ਇਹ ਸਾਡੇ ਗੁਰੂ ਦੇ ਪੁੱਤਰ ਨੇ, ਇਹ ਸਾਡੇ ਗੁਰੂ ਦੇ ਪੁੱਤਰ ਨੇ, ਅਸੀਂ ਇਹਨਾਂ ਨੂੰ ਕੁਝ ਨਹੀਂ ਕਹਿਣਾ। ਇਹਦਾ ਮਤਲਬ ਅਸੀਂ ਗੁਰੂ ਸਾਹਿਬ ਤੋਂ ਸਿਆਣੇ ਹੋ ਗਏ ਹਾਂ। ਜਿਹੜਾ ਗੁਰੂ ਅਮਰਦਾਸ ਗੱਦੀ 'ਤੇ ਬਹਿ ਕੇ ਗੁਰੂ ਦਾ ਪੁੱਤਰ ਆ ਕੇ ਲੱਤ ਮਾਰਦਾ ਹੈ ਤੇ ਫਿਰ ਵੀ ਆਪਣੀ ਸੰਗਤ ਨੂੰ ਕਹਿੰਦਾ ਵੀ ਇਹਨਾਂ ਨੂੰ ਕਹਿਣਾ ਕੁਝ ਨਹੀਂ, ਤੇ ਅੱਜ ਜੋ ਕੁਝ ਅਸੀਂ ਗੁਰੂ ਦੇ ਪੁੱਤਰਾਂ ਬਾਰੇ ਬੋਲ ਰਹੇ ਹਾਂ, ਬਾਬਾ ਸ੍ਰੀ ਚੰਦ ਤੇ ਲਖਮੀ ਚੰਦ ਬਾਰੇ, ਸਾਡਾ ਕੀ ਬਣੇਗਾ? ਕਿਹੜੀ ਨਰਕ ਬਣਾਉਣੀ ਪੈਗੀ ਰੱਬ ਨੂੰ ਉਹਦੇ ਵਿੱਚ ਪਾਉਣ ਵਾਸਤੇ? ਇਹ ਅਸੀਂ ਆਪ ਵਿਚਾਰ ਕਰ ਲਈਏ। ਇਹ ਮੈਂ ਕਿਸੇ ਪੱਖਪਾਤ ਵਿੱਚ ਨਹੀਂ ਕਹਿ ਰਿਹਾ, ਤੇ ਨਾ ਮੈਂ ਉਦਾਸੀ ਸੰਪਰਦਾ ਦਾ ਮੁਖੀ ਹਾਂ, ਤੇ ਨਾ ਮੈਂ ਭਗਵੇਂ ਕੱਪੜੇ ਪਾਏ ਨੇ। ਤੁਸੀਂ ਪੱਗ ਮੇਰੇ ਆ ਕੱਪੜੇ ਸਾਰੇ ਵੇਖ ਲਓ ਕਿਵੇਂ ਦੇ ਹਨ। ਤੇ ਕੋਈ ਕਿਸੇ ਪ੍ਰਕਾਰ ਦੀ ਤੁਸੀਂ ਇਨਕੁਆਇਰੀ ਕਰ ਸਕਦੇ ਹੋ ਵੀ ਕੀ ਲੈਣ ਦੇਣ ਮੇਰਾ ਉਦਾਸੀ ਸੰਪਰਦਾ ਦੇ ਨਾਲ। ਪਰ ਮੈਂ ਗੁਰਮਤਿ ਦੀ ਗੱਲ ਜਿਹੜੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚਾਈ ਹੈ, ਜਿਹਨੂੰ ਤੋੜ ਮਰੋੜ ਕੇ ਲੋਕ ਪੇਸ਼ ਕਰ ਰਹੇ, ਉਹਨੂੰ ਸੱਚਾਈ ਨੂੰ ਜ਼ਰੂਰ ਸੰਗਤ ਦੇ ਸਾਹਮਣੇ ਕਹਿਣਾ ਹੈ। ਇਹਦੇ ਬਦਲੇ ਭਾਵੇਂ ਕੋਈ ਕੁਝ ਬੋਲੀ ਜਾਏ, ਕੁਝ ਲਿਖੀ ਜਾਏ, ਕਿਉਂਕਿ ਸਾਡੇ ਮੇਰੇ ਨਾਲ ਦੇ ਬੰਦੇ ਬੜੇ ਨੇ, ਉਹ ਵੀ ਕਹਿੰਦੇ ਬੋਲਿਆ ਜੇ ਨਾ ਨੇੜੇ ਨਹੀਂ ਜਾਂਦੇ। ਕਿਉਂ? ਸਭ ਲੋਕ ਆਪਣੇ ਨਾਂ ਤੋਂ ਡਰਦੇ, ਸਾਡੀ ਬਦਨਾਮੀ ਨਾ ਹੋਵੇ, ਸਾਡੀ ਉਸਤਤ ਹੋਵੇ ਬਸ। ਪਰ ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਵੀ ਤੁਹਾਡੀ ਬਦਨਾਮੀ ਤੇ ਤੁਹਾਡੀ ਉਸਤਤ, ਤੇ ਤੁਸੀਂ ਆਪਣੀ ਉਸਤਤ ਤੇ ਬਦਨਾਮੀ ਦੇ ਪਿੱਛੇ ਲੱਗੇ ਹੋ। ਤੁਹਾਨੂੰ ਸਿੱਖੀ ਨਾਲ ਕੋਈ ਪਿਆਰ ਨਹੀਂ ਹੈ। ਤੁਸੀਂ ਸੱਚਾਈ ਨੂੰ ਨਹੀਂ ਕਹਿ ਸਕਦੇ। ਜਿਹੜੀ ਸੱਚ ਹੈ ਉਹ ਕਹਿਣ ਲੱਗਿਆ ਤੁਸੀਂ ਕਹਿੰਦੇ ਹੋ ਸਾਡੀ ਬਦਨਾਮੀ ਹੁੰਦੀ।